ਸਤਿ ਸ਼੍ਰੀ ਅਕਾਲ ਜੀ। ਤੁਸੀਂ ਅਜੀਤ ਵੈਬ ਟੀਵੀ ਦੇਖ ਰਹੇ ਹੋ। ਦੋਸਤੋ ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਅਜੀਤ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ ਹਾਜ਼ਰ ਹਾਂ। ਸਭ ਤੋਂ ਪਹਿਲਾਂ ਸੁਰਖੀਆਂ ਤੇ ਝਾਤ। ਪੰਜਾਬ ਦੇ ਵਿੱਚ ਆਕਸੀਜਨ ਦੀ ਕਮੀ, ਅੰਮ੍ਰਿਤਸਰ ਦੇ ਵਿੱਚ ਹੋਈਆਂ 6 ਮੌਤਾਂ ਨੇ ਲੋਕਾਂ ਨੂੰ ਡਰਾਇਆ। ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਦੇ ਲਈ ਕੈਪਟਨ ਅਮਰਿੰਦਰ ਸਿੰਘ ਨੇ ਸਖਤ ਨਿਰਦੇਸ਼ ਦਿੱਤੇ। ਕਬਾੜ ਦੀ ਆੜ ਵਿੱਚ ਸ਼ਰਾਬ ਦੀ ਸਮਗਲਿੰਗ, ਚੰਡੀਗੜ੍ਹ ਦੀ ਬਣੀ ਸ਼ਰਾਬ ਦਾ ਕੈਂਟਰ ਬਰਾਮਦ। ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਸਿਹਤ ਵਿਗੜੀ, ਫੋਰਟਿਸ ਦੇ ਵਿੱਚ ਦਾਖਲ। ਤੇ ਚਮੋਲੀ ਦੇ ਵਿੱਚ ਗਲੇਸ਼ੀਅਰ ਟੁੱਟਿਆ, 8 ਲਾਸ਼ਾਂ ਬਰਾਮਦ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਦੇਸ਼ ਭਰ ਦੇ ਵਿੱਚ ਕਰੋਨਾ ਮਹਾਮਾਰੀ ਨੇ ਹਾਹਾਕਾਰ ਮਚਾਈ ਹੋਈ ਹੈ। ਅੱਜ ਦਿਨ ਚੜ੍ਹਦੇ ਸਾਰ ਹੀ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਤੋਂ ਦੁਖਦਾਈ ਖਬਰ ਪ੍ਰਾਪਤ ਹੋਈ ਹੈ, ਜਿਸ ਵਿੱਚ ਅੰਮ੍ਰਿਤਸਰ ਦੇ ਨੀਲਕੰਠ ਹਸਪਤਾਲ ਦੇ ਵਿੱਚ ਆਕਸੀਜਨ ਦੀ ਕਮੀ ਕਰਕੇ 6 ਮਰੀਜ਼ਾਂ ਦੀ ਮੌਤ ਹੋ ਗਈ। ਇਹਨਾਂ ਮਰੀਜ਼ਾਂ ਦੇ ਵਿੱਚ 5 ਕਰੋਨਾ ਦੇ ਮਰੀਜ਼ ਸਨ ਤੇ ਇੱਕ ਮਰੀਜ਼ ਕਿਸੇ ਹੋਰ ਬਿਮਾਰੀ ਤੋਂ ਪੀੜਤ ਸੀ। ਮਰੀਜ਼ਾਂ ਵਿੱਚ 28 ਸਾਲ ਦਾ ਇੱਕ ਨੌਜਵਾਨ ਵੀ ਸੀ। ਮ੍ਰਿਤਕ ਦੇ ਭਰਾ ਨੇ ਕਿਹਾ ਕਿ ਸਾਰਿਆਂ ਦੀ ਮੌਤ ਤੜਫ ਕੇ ਹੋਈ ਹੈ। ਆਕਸੀਜਨ ਦੀ ਘਾਟ ਕਰਕੇ ਮਾਰੇ ਗਏ ਕਰੋਨਾ ਪੀੜਤਾਂ ਦੀ ਪਛਾਣ ਕਮਲਜੀਤ ਕੌਰ ਗੁਰਦਾਸਪੁਰ, ਬਲਵੰਤ ਸਿੰਘ ਅੰਮ੍ਰਿਤਸਰ, ਸੁਖਦੇਵ ਸਿੰਘ ਤਰਨਤਾਰਨ, ਦੀਦਾਰ ਸਿੰਘ ਅੰਮ੍ਰਿਤਸਰ ਤੇ ਰਾਮ ਪਿਆਰੀ ਅੰਮ੍ਰਿਤਸਰ ਦੇ ਤੌਰ ਦੇ ਉੱਤੇ ਹੋਈ ਹੈ। ਇੱਕ ਹੋਰ ਮਰੀਜ਼ ਜੋ ਕਰੋਨਾ ਪੀੜਤ ਨਹੀਂ ਸੀ ਪਰ ਆਕਸੀਜਨ ਦੀ ਘਾਟ ਕਰਕੇ ਉਸ ਦੀ ਵੀ ਮੌਤ ਹੋ ਗਈ, ਜਿਸ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਗੁਰਦਾਸਪੁਰ ਦੇ ਤੌਰ ਤੇ ਹੋਈ ਹੈ। ਉਧਰ ਜ਼ਿਲ੍ਹੇ ਦੇ ਡੀਸੀ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਗੁਰੂ ਨਾਨਕ ਹਸਪਤਾਲ ਨੂੰ ਕੇਵਲ ਕਰੋਨਾ ਮਰੀਜ਼ਾਂ ਲਈ ਰਾਖਵਾਂ ਕਰ ਦਿੱਤਾ ਗਿਆ ਤੇ ਸਿਵਲ ਹਸਪਤਾਲ ਨੂੰ ਹੋਰ ਬਿਮਾਰੀਆਂ ਦੇ ਇਲਾਜ ਵਾਸਤੇ ਵਰਤਿਆ ਜਾਵੇਗਾ। ਇਸ ਤਰ੍ਹਾਂ ਬੜਾ ਅਨਫੋਰਚੂਨੇਟ ਹੈ ਕਿ ਸਾਡਾ ਜਿਹੜਾ ਪ੍ਰਾਈਵੇਟ ਹਸਪੀਟਲ ਸੀ ਇੱਕ ਉੱਥੇ ਡੈਥ ਹੋਈਆਂ ਹੈਗੀਆਂ ਨੇ 6। ਉਹਦੇ ਲਈ ਔਰ ਸਾਡੇ ਪੀਸੀਐਸ ਆਫਿਸਰ ਨੇ ਡਾਕਟਰ ਰਜਤ ਓਬਰਾਏ ਜਿਹੜੇ ਸਾਡੇ ਡੈਥ ਐਨਾਲਿਸਿਸ ਕਮੇਟੀ ਦੇ ਆਲਰੇਡੀ ਚੇਅਰਮੈਨ ਹੈਗੇ ਆ, ਉਹਨਾਂ ਦੀ ਜੁਆਇੰਟ ਟੀਮ ਬਣਾਈ ਹੈ ਕਿ ਇਮੀਡੀਏਟਲੀ ਤੁਸੀਂ ਜਾ ਕੇ ਹਸਪੀਟਲ ਦੇਖੋ ਕਿ ਵੀ ਇਹ ਪੇਸ਼ੈਂਟ ਕੌਣ ਸੀ, ਕਿੱਦਣ ਦਾਖਲ ਹੋਏ ਨੇ, ਇਲਾਜ ਕਿਸ ਤਰ੍ਹਾਂ ਚੱਲ ਰਿਹਾ ਸੀਗਾ, ਕੀ ਉਹ ਵੈਂਟੀਲੇਟਰ 'ਤੇ ਸੀਗੇ, ਔਰ ਜਿਹੜੀ ਇਹ ਗੱਲ ਹੈ ਕਿ ਜੀ ਉਹ ਆਕਸੀਜਨ ਘੱਟ ਕਰਕੇ ਡੈਥ ਹੋਈ ਹੈ, ਆਕਸੀਜਨ ਕਿਉਂ ਨਹੀਂ ਮਿਲੀ, ਇਹ ਸਾਰੀਆਂ ਚੀਜ਼ਾਂ ਦੀ ਬੜੀ ਘੋਖ ਪੜਤਾਲ ਕਰਕੇ ਉਹ ਹਸਪੀਟਲ L2 L3 ਕਿਹੜੀ ਫੈਸਿਲਿਟੀ ਲਈ ਅਖਤਿਆਰ ਰੱਖਦਾ ਸੀਗਾ ਸਾਰਾ ਆਪਣਾ ਇਲਾਜ ਕਰਨ ਲਈ, ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਕਮੇਟੀ ਗਠਿਤ ਕੀਤੀ ਹੈ। ਔਰ ਅਸੀਂ ਇਹਨਾਂ ਨੂੰ ਟਾਈਮ ਬਾਉਂਡ ਕਮੇਟੀ ਨੂੰ ਕਿਹਾ ਹੈ ਕਿ ਤਕਰੀਬਨ 48 ਘੰਟੇ ਦੇ ਵਿੱਚ ਤੁਸੀਂ ਜਿਹੜਾ ਹੈ ਸਾਰਾ ਰਿਕਾਰਡ ਵਗੈਰਾ ਕੋਸ਼ਿਸ਼ ਕਰੋ, ਦੇਖ ਕੇ ਸਾਰੀਆਂ ਫਾਈਲਾਂ ਐਨਾਲਾਈਜ਼ ਕਰੋ। ਆਲਰੇਡੀ ਕਮੇਟੀ ਅੱਜ ਸਵੇਰੇ ਇੱਕ ਵਾਰੀ ਵਿਜ਼ਿਟ ਉੱਥੇ ਕਰ ਆਏ ਹੈਗੇ ਨੇ ਔਰ ਆਪਣੀ ਇਨਕੁਆਇਰੀ ਰਿਪੋਰਟ ਜਦੋਂ ਦਿੰਦੇ ਨੇ, ਜਿਸ ਤਰ੍ਹਾਂ ਦੀ ਵੀ ਇਨਕੁਆਇਰੀ ਰਿਪੋਰਟ ਆਉਂਦੀ ਹੈ ਉਹਨੂੰ ਇੱਕ ਵਾਰੀ ਐਨਾਲਾਈਜ਼ ਕਰਕੇ ਕਿ ਇਹਦਾ ਕੋਈ ਦੋਸ਼ ਬਣਦਾ ਹੈ ਨਹੀਂ ਬਣਦਾ, ਔਰ ਇਹ ਅਨਫੋਰਚੂਨੇਟ ਜਿਹੜਾ ਹਾਦਸਾ ਹੋਇਆ ਹੈਗਾ ਇਹ ਗਾਂ ਨਾ ਵਾਪਰੇ। ਬਾਕੀ ਹਸਪੀਟਲਸ ਕੀ ਕਰ ਰਹੇ ਆ ਇਸ ਚੀਜ਼ ਨੂੰ ਅਸੀਂ ਸਾਰੀ ਨੂੰ ਬੜੀ ਡਿਟੇਲ 'ਚ ਦੇਖਾਂਗੇ। ਸਰ ਕਿਹੜੇ ਮੈਂਬਰਸ ਰੱਖੇ ਗਏ ਜਿਹੜੇ ਕਿਹੜੇ ਮੈਂਬਰਸ ਕਾਨੂੰਨੀ ਕਾਰਵਾਈ ਜਿਹੜੀ ਸੀ ਉਹ ਬਣੇਗੀ ਜੇ ਕਮੇਟੀ ਸਿਫਾਰਿਸ਼ ਦੇਖੋ ਜੋ ਐਕਚੁਅਲੀ ਇਨਕੁਆਇਰੀ ਸਾਡੀ ਜਦੋਂ ਰਿਪੋਰਟ ਸਾਹਮਣੇ ਆਏਗੀ, ਸਾਰੇ ਤੱਥ ਸਾਹਮਣੇ ਆਉਣਗੇ, ਉਸ ਤੋਂ ਬਾਅਦ ਦੇ ਵਿੱਚ ਇਹਨੂੰ ਅਸੀਂ ਜੋ ਵੀ ਇਹਦੇ ਤੇ ਢੁਕਵੀਂ ਕਾਰਵਾਈ ਹੈ ਕਰਾਂਗੇ। ਸਰ ਜਿਹੜੀ ਆਕਸੀਜਨ ਦੀ ਸਪਲਾਈ ਹੈ ਇਸ ਨੂੰ ਕਿਵੇਂ ਦੇਖ ਰਹੇ ਹੋ ਹੁਣ ਤੁਸੀਂ, ਕਿਉਂਕਿ ਜਿਹੜੀਆਂ ਅਨਫੋਰਚੂਨੇਟ ਡੈਥ ਹੋਈਆਂ ਆਕਸੀਜਨ ਦੀ ਕਮੀ ਕਰਕੇ ਹੋਈਆਂ ਜੀ? ਦੇਖੋ ਜੀ ਬੇਸਿਕਲੀ ਆਕਸੀਜਨ ਦਾ ਮੈਂ ਤੁਹਾਨੂੰ ਦੱਸ ਦਿੰਦਾ ਹੈ, ਆਕਸੀਜਨ ਦੀ ਜਿਹੜੀ ਸਪਲਾਈ ਹੈ ਇਸ ਵੇਲੇ ਆਕਸੀਜਨ ਦੀ ਸਪਲਾਈ ਨੂੰ ਲੈ ਕੇ ਕਿੱਲਤ ਹੈਗੀ ਹੈ। ਬੇਸਿਕਲੀ ਸਾਡੀਆਂ ਪਿੱਛੋਂ ਜਿਹੜੀਆਂ ਨਾਰਥ ਇੰਡੀਆ ਸਾਈਡ ਨੂੰ ਦੇਣ ਵਾਲੀਆਂ ਕੰਪਨੀਆਂ ਨੇ, ਇੱਕ ਏਅਰ ਲਿਕੀ, ਇਨੌਕਸ ਤੇ ਨਾਲ ਲਿੰਡੇ, ਇਹ ਕੰਪਨੀਆਂ ਇੱਧਰ ਸਪਲਾਈ ਕਰਦੀਆਂ ਨੇ, ਜਿਹੜੀ ਇੱਕ ਪਾਣੀਪਤ ਔਰ ਇੱਕ ਉੱਤਰਾਖੰਡ ਇੱਧਰ ਬੱਦੀ ਸਾਈਡ ਦੇ ਉੱਤੇ ਇੰਸਟਾਲਡ ਹੈਗੇ ਨੇ। ਇਹਨਾਂ ਤੋਂ ਸਾਡੇ ਡਿਸਟਰੀਬਿਊਟਰਸ ਪੰਜਾਬ ਦੇ ਜਿਹੜੇ ਨੇ ਉਹ ਸਪਲਾਈ ਕਰਦੇ ਨੇ, ਕੁਝ ਸਾਨੂੰ ਸਪਲਾਈ ਕਰਦੇ ਨੇ, ਕੁਝ ਫਰੀਦਕੋਟ ਰੀਜਨ ਨੂੰ ਸਪਲਾਈ ਕਰਦੇ ਨੇ, ਕੁਝ ਪ੍ਰਾਈਵੇਟ ਹਸਪਤਾਲਾਂ ਨੂੰ ਸਿੱਧੇ ਤੌਰ ਤੇ ਵੀ ਸਪਲਾਈ ਕਰਦੇ ਨੇ, ਉਹ ਸਟੇਟ ਵੱਲੋਂ ਕਰਦੇ ਨੇ। ਇਸੇ ਤਰੀਕੇ ਨਾਲ 4-5 ਜਾਣੇ ਸਾਡੇ ਲੋਕਲ ਸਪਲਾਇਰਸ ਹੈਗੇ ਨੇ, ਉਹ ਵੀ ਸਾਰੇ ਜਿਹੜੀ ਸਪਲਾਈ ਹੈ ਇਹਨਾਂ ਲੋਕਾਂ ਕੋਲ ਹੀ ਲੈ ਰਹੇ ਆ। ਸੋ ਬੇਸਿਕਲੀ ਦੇਖਿਆ ਜਾਏ ਸੋਰਸ ਆਫ ਆਕਸੀਜਨ ਸਪਲਾਈ ਉਹਨਾਂ ਹੀ ਘੁੰਮ ਕੇ ਬੰਦਿਆਂ ਦੇ ਕੋਲ ਹੈਗੀ ਹੈ ਜਿਨ੍ਹਾਂ ਦੇ ਉੱਤੇ ਸਾਰੇ ਡਿਪੈਂਡ ਹੋ ਰਹੇ ਆ। ਹੁਣ ਆਕਸੀਜਨ ਦੀ ਸ਼ਾਰਟੇਜ ਹੋਣ ਕਰਕੇ ਆਕਸੀਜਨ ਟਾਈਮ ਨਾਲ ਨਹੀਂ ਪਹੁੰਚ ਪਾ ਰਹੀ ਤੇ ਇੱਕ ਪੈਨਿਕ ਦਾ ਮਾਹੌਲ ਵੀ ਹੈ ਔਰ ਹਫੜਾ ਦਫੜੀ ਵਾਂਗੂ ਹੈ ਜੀ, ਮੈਨੂੰ ਉਧਰੋਂ ਮਿਲ ਜਾਵੇ, ਕੋਈ ਲੈ ਕੇ ਜ਼ਿਆਦਾ ਸਿਲੰਡਰ ਰੱਖ ਰਿਹਾ ਹੈ। ਔਰ ਖਾਸ ਕਰਕੇ ਸਾਡੇ ਧਿਆਨ 'ਚ ਇਹ ਵੀ ਆਇਆ ਕਿ ਲੋਕ ਇੰਡਸਟਰੀ ਵਾਸਤੇ ਵੀ ਜਿਹੜੀ ਹੈ ਇਹਨਾਂ ਲੋਕਲ ਪਲਾਂਟਸ ਤੋਂ ਉੱਤੋਂ ਵੱਧ ਪੈਸੇ ਦੇ ਕੇ ਕੋਈ ਸਿਲੰਡਰ ਲੈ ਕੇ ਜਾ ਰਿਹਾ। ਈਵਨ ਲੋਕਾਂ ਨੇ ਕਈਆਂ ਨੇ ਆਪਣੇ ਘਰ ਸਿਲੰਡਰ ਰੱਖਣ ਦਾ, ਸੋ ਇਸ ਤਰੀਕੇ ਦਾ ਮਾਹੌਲ ਬਣਿਆ ਹੈ। ਇਸ ਚੀਜ਼ ਨੂੰ ਕਾਬੂ ਕਰਨ ਵਾਸਤੇ ਅਸੀਂ ਸਟੇਟ ਗਵਰਨਮੈਂਟ ਲੈਵਲ 'ਤੇ ਮਿਨਿਸਟਰ ਸਾਹਿਬ, ਸੀਐਮ ਸਾਹਿਬ ਵੱਲੋਂ ਸਖਤ ਹਦਾਇਤਾਂ ਹੋਈਆਂ ਨੇ, ਰੈਗੂਲੇਟਡ ਸਾਨੂੰ ਸਪਲਾਈ ਆਵੇ, ਕਿਉਂਕਿ ਘੰਟੇ ਦੇ ਫਰਕ ਦੇ ਉੱਤੇ ਅਸੀਂ ਰਾਤ ਵੀ ਬਹੁਤ ਇੱਕ
ਮਾਰਜਨਲ ਜਿਹਨੂੰ ਕਹੀਏ ਉਸ ਸਟੇਜ ਤੇ ਪਹੁੰਚ ਗਏ ਸੀ ਕਿ ਜਿੱਥੇ ਗੁਰੂ ਨਾਨਕ ਦੇਵ ਸਾਡੇ ਹਸਪੀਟਲ ਸਾਰੇ ਇੱਕ ਬੜੀ ਚਿੰਤਾਜਨਕ ਸਥਿਤੀ 'ਚ ਸੀਗੇ। ਉਹ ਅਸੀਂ ਰਾਤ ਆਪਣੀਆਂ 108 ਦੀਆਂ ਐਂਬੂਲੈਂਸਿਸ ਜਿੱਥੋਂ ਵੀ ਸਾਨੂੰ ਆਕਸੀਜਨ ਮਿਲੀ ਹੈ ਬੜੀ ਮੁਸ਼ਕਿਲ ਨਾਲ 2-3 ਘੰਟੇ ਅਸੀਂ ਕੱਢ ਕੇ ਔਰ ਕੁਦਰਤੀ ਸਾਡੀ ਉਹ ਪਹੁੰਚ ਗਈ ਔਰ ਅਸੀਂ ਉਹ ਕ੍ਰਾਈਸਿਸ ਨੂੰ ਮੈਨੇਜ ਕੀਤਾ। ਹੁਣ ਵੀ ਸਾਡੀ ਜਿਹੜੀ ਗੱਡੀ ਮੋਗੇ ਤੋਂ ਕੋਈ ਚੱਲੀ ਹੈ ਉਹ ਸਾਨੂੰ ਘੰਟੇ ਤੱਕ ਮਿਲ ਰਹੀ ਹੈ। ਸੋ ਇਸ ਤਰੀਕੇ ਨਾਲ ਬੜੀ ਸਾਡੀ ਨੈਕ ਟੂ ਨੈਕ ਸਪਲਾਈ ਕਰਕੇ ਚਿੰਤਾ ਬਣੀ ਔਰ ਉਸੇ ਦੇ ਵਿੱਚੋਂ ਹੀ ਜੇ ਇਹਨਾਂ ਨੂੰ ਮਿਲੇਗਾ ਤੇ ਪ੍ਰਾਈਵੇਟ ਨੂੰ ਵੀ ਸਪਲਾਈ ਹੋਏਗੀ। ਸੋ ਇਸ ਤਰੀਕੇ ਨਾਲ ਆਕਸੀਜਨ ਮੈਨੇਜ ਹੋ ਰਹੀ ਹੈ। ਘਰਾਂ ਦੇ ਵਿੱਚ ਰੱਖੀ ਹੈ ਸਰ, ਉਹਨਾਂ ਦੇ ਖਿਲਾਫ ਫਿਰ ਕਾਰਵਾਈ ਬੜੀ ਸਖਤ ਦੇਖੋ ਜੀ, ਸਾਰਿਆਂ ਨੂੰ ਹਦਾਇਤ ਇਹ ਕੀਤੀ ਹੈ ਸਭ ਤੋਂ ਪਹਿਲਾਂ ਲੋੜਵੰਦ ਜਿਹੜੇ ਲੋਕ ਨੇ ਜਾਨ ਉਹਨਾਂ ਨੂੰ ਮੈਡੀਕਲ ਆਕਸੀਜਨ ਉਹਨਾਂ ਨੂੰ ਸਪਲਾਈ ਹੋਣੀ ਹੈ ਜੀ। ਇੰਡਸਟਰੀਅਲ ਸੈਕਟਰ ਨੂੰ ਆਕਸੀਜਨ ਅਸੀਂ ਲੋਕਲ ਲੈਵਲ ਤੇ ਵੀ ਬੰਦ ਕਰ ਦਿੱਤੀ ਹੈ ਜੀ, ਉੱਥੇ ਪਹਿਲ ਮੈਡੀਕਲ ਨੂੰ ਹੈਗੀ ਹੈ। ਜੇ ਫਿਰ ਵੀ ਕੋਈ ਸਿਲੰਡਰ ਇੱਧਰ ਉੱਧਰੋਂ ਕਰਕੇ ਲੈ ਕੇ ਜਾ ਰਿਹਾ, ਪਹਿਲਾਂ ਤਾਂ ਵੈਸੇ ਹੀ ਉਹ ਮੈਡੀਕਲੀ ਡਾਕਟਰ ਸਾਹਿਬਾਨ ਵੱਲੋਂ ਆਥੋਰਾਈਜ਼ਡ ਨਹੀਂ ਹੈ ਕਿ ਕੋਈ ਬੰਦਾ ਆਪਣਾ ਇਹੋ ਜਿਹਾ ਇਲਾਜ ਆਪ ਹੀ ਕਰੇ। ਜੇ ਕਿਸੇ ਨੂੰ ਲੋੜ ਹੈ ਤੇ ਸਾਡੇ ਹਸਪੀਟਲ 'ਚ ਦਾਖਲ ਹੋਣ। ਸੋ ਇਸੇ ਕਰਕੇ ਅਸੀਂ ਆਪਣੇ ਜਿਹੜੇ ਆਫੀਸਰਸ ਨੇ ਨੋਡਲ ਅਫਸਰ ਬਣਾਏ ਨੇ। ਪੁਲਿਸ ਦੀ ਮਦਦ ਇਸ ਕਰਕੇ ਲੈ ਰਹੇ ਹਾਂ ਕਿ ਲੋਕੀ ਉੱਥੋਂ ਆਕਸੀਜਨ ਦੇ ਸਿਲੰਡਰ ਆ ਕੇ ਲੈ ਨਾ ਜਾਣ, ਜਿਸ ਤਰ੍ਹਾਂ ਆਪਣੇ ਬਾਕੀ ਸੂਬਿਆਂ 'ਚ ਵੇਖ ਰਹੇ ਹਾਂ ਕਿ ਇੱਕ ਕਿਸਮ ਦੀ ਲੁੱਟ ਪੈ ਜਾਂਦੀ ਹੈ। ਉਹਨੂੰ ਚੀਜ਼ ਨੂੰ ਰੈਗੂਲੇਟ ਕਰਨਾ ਹੈਗਾ ਔਰ ਉਸ ਕਰਕੇ ਸਾਨੂੰ ਪੁਲਿਸ ਦੀ ਵੀ ਹੈਲਪ ਲੈਣੀ ਪੈ ਰਹੀ ਹੈ ਕਿ ਜਿੱਥੇ ਸਪਲਾਈ ਜਾਣੀ ਉਹ ਰੈਗੂਲੇਟਡ ਵੇ ਨਾ ਜਾਵੇ। ਇਹ ਨਾ ਹੋ ਵੀ ਲੈ ਕੇ ਕੋਈ ਜਾ ਰਿਹਾ ਹੈਗਾ ਤੇ ਰਸਤੇ 'ਚੋਂ ਕੋਈ ਦੂਜਾ ਉਹਨਾਂ ਦਾ ਜਿਹੜਾ ਖੋਹ ਕੇ ਲੈ ਜਾਓ। ਸੋ ਇਸ ਤਰ੍ਹਾਂ ਦੇ ਹਾਲਾਤਾਂ 'ਚ ਸਾਨੂੰ ਬੜੇ ਤਰੀਕੇ ਨਾਲ ਨੂੰ ਰੈਗੂਲੇਟ ਕਰ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਦੇ ਖਿਲਾਫ ਕਾਰਵਾਈ ਨੂੰ ਹੋਰ ਤੇਜ਼ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਤੀ 7:30 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਮਾਈਨਿੰਗ ਕਰਨ ਦੇ ਉੱਤੇ ਮੁਕੰਮਲ ਪਾਬੰਦੀ ਲਾਉਣ ਦੇ ਹੁਕਮ ਦਿੱਤੇ ਨੇ। ਇਸ ਦੇ ਨਾਲ ਹੀ ਉਹਨਾਂ ਨੇ ਪੁਲਿਸ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਵੀ ਰਾਤ ਵੇਲੇ ਮਾਈਨਿੰਗ ਕਾਰਜਾਂ ਵਿੱਚ ਸ਼ਾਮਲ ਪਾਏ ਜਾਣ ਵਾਲੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਦੇ ਹੁਕਮ ਦਿੱਤੇ ਨੇ। ਮੁੱਖ ਮੰਤਰੀ ਨੇ ਸ਼ੁੱਕਰਵਾਰ ਨੂੰ ਸੂਬੇ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਦੀ ਸਥਿਤੀ ਬਾਰੇ ਜਾਇਜ਼ਾ ਲੈਣ ਦੇ ਲਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਮਾਈਨਿੰਗ ਵਿਭਾਗ ਇਹ ਸਖਤੀ ਨਾਲ ਯਕੀਨੀ ਬਣਾਏਗਾ ਕਿ ਕਿਸੇ ਵੀ ਅਧਿਕਾਰਤ ਠੇਕੇਦਾਰ ਦੇ ਵੱਲੋਂ ਦਰਿਆਵਾਂ ਦੇ ਬੈੱਡ ਜਾਂ ਹੋਰ ਇਲਾਕਿਆਂ ਵਿੱਚ ਰਾਤੀ 7:30 ਵਜੇ ਤੋਂ ਸਵੇਰੇ 5 ਵਜੇ ਤੱਕ ਮਾਈਨਿੰਗ ਨਾ ਕੀਤੀ ਜਾਵੇ। ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਦੀ ਚੇਤਾਵਨੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਵਿਅਕਤੀ ਚਾਹੇ ਅਧਿਕਾਰੀ ਤੇ ਪੁਲਿਸ ਮੁਲਾਜ਼ਮ ਵੀ ਹੋਵੇ, ਗੈਰ ਕਾਨੂੰਨੀ ਮਾਈਨਿੰਗ ਕਾਰਜਾਂ ਵਿੱਚ ਸ਼ਾਮਲ ਪਾਇਆ ਗਿਆ ਤਾਂ ਇਸ ਨਾਲ ਕਰੜੇ ਹੱਥੀਂ ਨਜਿੱਠਿਆ ਜਾਵੇਗਾ। ਥਾਣਾ ਸਦਰ ਜਲਾਲਾਬਾਦ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਥਾਣਾ ਸਦਰ ਪੁਲਿਸ ਵੱਲੋਂ ਚੰਡੀਗੜ੍ਹ ਦੀ ਬਣੀ ਹੋਈ ਸ਼ਰਾਬ ਦੀਆਂ ਲਗਭਗ 300 ਪੇਟੀਆਂ ਸਣੇ ਇੱਕ ਕੈਂਟਰ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਮਿਲੀ। ਇਸ ਬਾਬਤ ਥਾਣਾ ਮੁਖੀ ਦਵਿੰਦਰ ਕੁਮਾਰ ਨੇ ਕਿਹਾ ਕਿ ਉਹਨਾਂ ਨੂੰ ਮੁਖਬਰੀ ਮਿਲੀ ਸੀ ਕਿ ਇੱਕ ਕੈਂਟਰ ਚੰਡੀਗੜ੍ਹ ਦੀ ਬਣੀ ਹੋਈ ਅੰਗਰੇਜ਼ੀ ਸ਼ਰਾਬ ਦਾ ਇਸ ਸਮੇਂ ਗੁਮਾਨੀ ਵਾਲੇ ਮੋੜ ਦੇ ਉੱਤੇ ਖੜਾ ਹੈ। ਇਤਲਾਹ ਠੋਸ ਹੋਣ ਕਰਕੇ ਕਾਰਵਾਈ ਕਰਦੇ ਹੋਏ ਇੱਕ ਕੈਂਟਰ ਬਰਾਮਦ ਕੀਤਾ ਗਿਆ। ਕੈਂਟਰ ਦੇ ਵਿੱਚ ਸ਼ਰਾਬ ਰੱਖ ਕੇ ਉੱਪਰ ਕਬਾੜ ਦੇ ਪੁਰਾਣੇ ਗੱਟੇ ਰੱਖੇ ਹੋਏ ਸਨ ਤੇ ਕਬਾੜ ਦੀ ਆੜ ਦੇ ਵਿੱਚ ਸ਼ਰਾਬ ਦੀ ਸਮਗਲਿੰਗ ਕੀਤੀ ਜਾ ਰਹੀ ਸੀ। ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੁਝ ਦਿਨ ਪਹਿਲਾਂ ਕੋਰੋਨਾ ਵਾਇਰਸ ਦੀ ਲਪੇਟ ਦੇ ਵਿੱਚ ਆ ਗਏ ਸਨ, ਜਿਸ ਕਰਕੇ ਉਹ ਆਪਣੇ ਘਰ ਦੇ ਵਿੱਚ ਕੁਆਰੰਟੀਨ ਹੋ ਗਏ ਸਨ। ਉਹਨਾਂ ਨਾਲ ਉਹਨਾਂ ਦੀ ਪਤਨੀ ਸਮਾਜ ਸੇਵਕਾ ਅਨੀਤਾ ਸੋਮ ਪ੍ਰਕਾਸ਼ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਈ ਸੀ। ਉਹਨਾਂ ਨੇ ਵੀ ਆਪਣੇ ਆਪ ਨੂੰ ਘਰ ਦੇ ਵਿੱਚ ਆਈਸੋਲੇਟ ਕੀਤਾ ਹੋਇਆ ਸੀ ਤੇ ਸ਼ਨੀਵਾਰ ਨੂੰ ਅਚਾਨਕ ਸੋਮ ਪ੍ਰਕਾਸ਼ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆਉਣ ਲੱਗੀ ਤਾਂ ਉਹਨਾਂ ਨੂੰ ਤੁਰੰਤ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਹ ICU ਦੇ ਵਿੱਚ ਨੇ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਫਗਵਾੜਾ ਨੇੜਲੇ ਪਿੰਡ ਰਾਮਗੜ੍ਹ ਵਿਖੇ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਸਵੇਰ ਵੇਲੇ ਇੱਕ ਘਰ ਦੇ ਅੰਦਰ ਵੜ ਕੇ ਪਿੰਡ ਦੇ ਹੀ 2 ਵਿਅਕਤੀਆਂ ਨੇ ਸ਼ਰੇਆਮ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ। ਜ਼ਖਮੀ ਨੂੰ ਪਹਿਲਾਂ ਇਲਾਜ ਵਾਸਤੇ ਫਗਵਾੜਾ ਦੇ ਸਿਵਲ ਹਸਪਤਾਲ ਦੇ ਵਿੱਚ ਭੇਜਿਆ ਗਿਆ, ਜਿੱਥੇ ਉਸ ਦੀ ਹਾਲਤ ਨੂੰ ਵੇਖਦੇ ਹੋਏ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ, ਜਿੱਥੇ ਪਹੁੰਚਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪਛਾਣ ਰਾਮ ਲਵਾਇਆ ਪੁੱਤਰ ਧਰਮਪਾਲ ਵਾਸੀ ਪਿੰਡ ਰਾਮਗੜ੍ਹ ਦੇ ਤੌਰ ਤੇ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਫਗਵਾੜਾ ਸ਼ਹਿਰ ਦੇ SP ਸਰਬਜੀਤ ਸਿੰਘ ਬਾਈਆ ਮੌਕੇ ਤੇ ਪਹੁੰਚੇ ਤੇ ਘਟਨਾ ਸੰਬੰਧੀ ਜਾਇਜ਼ਾ ਲਿਆ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੱਜ ਸਵੇਰੇ ਕਰੀਬ 9:30-10 ਵਜੇ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਰਾਮਗੜ੍ਹ ਪਿੰਡ ਪੁਲਿਸ ਸਟੇਸ਼ਨ ਰਾਵਲਪਿੰਡੀ ਦੇ ਵਿੱਚ ਗੋਲੀ ਚੱਲੀ ਆ, ਜਿਸ ਦੇ ਸੰਬੰਧ ਵਿੱਚ ਅਸੀਂ ਸਾਰੇ ਮੌਕੇ ਤੇ ਪਹੁੰਚੇ ਸੀ ਔਰ ਉਸ ਤੇ ਪਤਾ ਲੱਗਾ ਵੀ ਰਾਮ ਲਵਾਇਆ ਨਾਂ ਦਾ ਲੜਕਾ ਜਿਹੜਾ ਇੰਜਰਡ ਹੋਇਆ ਸੀ ਔਰ ਉਹਨੂੰ ਜੌਲ ਹਸਪਤਾਲ ਲੈ ਕੇ ਗਏ ਸੀ ਫਸਟ ਏਡ ਲਈ, ਪਰੰਤੂ ਉਹ ਬਰੌਡ ਡੈਡ ਡਾਕਟਰ ਸਾਹਿਬ ਦੇ ਦੱਸਣ ਮੁਤਾਬਕ ਉਹਦੀ ਡੈਥ ਹੋ ਗਈ। ਔਰ ਉਹਦੇ ਸੰਬੰਧ ਵਿੱਚ ਬਲਵੀਰ ਕੌਰ ਜਿਹੜੀ ਰਾਮ ਲਵਾਏ ਦੀ ਪਤਨੀ ਆ, ਉਹਦੀ ਸਟੇਟਮੈਂਟ ਤੇ ਅਸੀਂ FIR ਰਜਿਸਟਰ ਕੀਤੀ ਆ FA ਨੰਬਰ 19 302 34 ਔਰ ਆਰਮਸ ਐਕਟ ਦੇ ਵਿੱਚ, ਔਰ ਫਰਦਰ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ।
ਐਸਪੀ ਸਾਹਿਬ ਕੋਈ ਮੌਕੇ ਤੇ ਅਰੈਸਟ ਵੀ ਕੀਤਾ ਜਿਨ੍ਹਾਂ ਨੇ ਗੋਲੀਆਂ ਚਲਾਈਆਂ? ਨਹੀਂ, ਹਾਲੇ ਬੰਦੇ ਜਿਹੜੇ ਦੋ ਇਹਨਾਂ ਨੇ ਲਿਖਾਏ ਆ, ਕਮਲਜੀਤ ਤੇ ਮਨਿੰਦਰ ਦਾ ਨਾਂ ਦਾ ਲੜਕਾ ਆ, ਉਹਦੇ ਸੰਬੰਧੀ ਦੋ ਬੰਦੇ ਹੈਗੇ, ਜਿਹਦੇ ਵਿੱਚੋਂ ਇੱਕ ਮਨਿੰਦਰ ਜਿਹੜਾ ਯੂਕੇ ਤੋਂ ਆਇਆ ਹੋਇਆ ਆ, ਔਰ ਉਹਨਾਂ ਦੇ ਬਾਈ ਨੇਮ FIR ਦਰਜ ਕੀਤੀ ਅਸੀਂ, ਔਰ ਜਲਦੀ ਹੀ ਅਸੀਂ ਇਹਨਾਂ ਨੂੰ ਰਾਉਂਡ ਅਪ ਕਰਾਂਗੇ। ਸਰ ਕਾਰਨ ਸਾਹਮਣੇ ਆਇਆ ਸਰ, ਗੋਲੀ ਚਲਾਉਣ ਦਾ ਕਾਰਨ ਕੁਝ? ਜੋ ਉਹਨਾਂ ਨੇ ਸਾਨੂੰ ਦੱਸਿਆ ਵੀ 2011 ਦੇ ਵਿੱਚ ਮਨਿੰਦਰ ਦੇ ਮਾਮੇ ਦੀ ਡੈਥ ਹੋਈ ਸੀ, ਔਰ ਉਹਦੇ ਸੰਬੰਧੀ FIR ਦਰਜ ਹੋਈ ਸੀਗੀ ਪੁਲਿਸ ਸਟੇਸ਼ਨ ਰਾਵਲਪਿੰਡੀ ਹੀ। ਉਹਦੇ ਵਿੱਚ ਰਾਮ ਲਵਾਇਆ ਕਰੀਬ 3 ਤੋਂ 4 ਸਾਲ ਜੇਲ੍ਹ ਲਾ ਕੇ ਆਇਆ, ਪਰੰਤੂ ਟ੍ਰਾਇਲ ਦੇ ਦੌਰਾਨ ਉਹ ਬਰੀ ਹੋ ਗਏ ਸੀਗੇ ਔਰ ਵਾਪਸ ਆ ਗਏ ਸੀ। ਇਹੀ ਵਜ੍ਹਾ ਰੰਜਿਸ਼ ਉਹਨਾਂ ਨੇ ਲਿਖਾਈ ਹੈ। ਐਸਪੀ ਸਾਹਿਬ ਮੌਕੇ ਤੋਂ ਕੋਈ ਹਥਿਆਰ ਵਗੈਰਾ? ਨਹੀਂ, ਹਾਲੇ ਦੇਖੋ ਜਿਹੜੇ ਵੈਪਨ ਆ, ਰਿਵਾਲਵਰ, ਪਿਸਟਲ ਚੱਲੇ ਆ, ਔਰ ਮੋਸਟਲੀ ਬੰਦੇ ਜਿਹੜੇ ਭੱਜੇ ਆ, ਔਰ ਜਿਹੜੀ ਸਾਨੂੰ ਹੁਣ ਤੱਕ ਫੁਟੇਜ ਮਿਲੀ ਆ, ਸਕਾਰਪੀਓ ਗੱਡੀ ਦੇ ਵਿੱਚ ਉਹ ਭੱਜੇ ਆ, ਪਰ ਵਾਰਦਾਤ ਜਿਹੜੀ ਹੋਈ ਆ ਮੋਟਰਸਾਈਕਲ ਤੇ ਹੋਈ ਆ। ਕਿੰਨੀਆਂ ਗੋਲੀਆਂ ਚੱਲੀਆਂ ਮੌਕੇ ਤੇ ਸਰ? 2 ਗੋਲੀਆਂ ਚੱਲੀਆਂ, ਔਰ ਦੋਨੋਂ ਹੀ ਬੁਲਟਸ ਜਿਹੜੀਆਂ ਉਹਦੇ ਰਾਮ ਲਵਾਏ ਦੇ ਲੱਗੀਆਂ। ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਵਿੱਚ ਜੋਸ਼ੀ ਮੱਠ ਸੈਕਟਰ ਦੇ ਸੁਮਨਾ ਖੇਤਰ ਵਿੱਚ ਬਰਫ਼ ਦਾ ਪਹਾੜ ਟੁੱਟਣ ਤੋਂ ਬਾਅਦ ਇਸ ਦੀ ਜ਼ਦ ਦੇ ਵਿੱਚ ਆਏ ਸੜਕ ਨਿਰਮਾਣ ਕਾਰਜ ਵਿੱਚ ਜੁਟੇ ਹੋਏ ਵਿਅਕਤੀਆਂ ਨੂੰ ਬਚਾਉਣ ਦੇ ਵਿੱਚ ਫੌਜ ਦੀ ਮੁਹਿੰਮ ਜਾਰੀ ਹੈ। ਫੌਜ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਰਾਹਤ ਕਾਰਜ ਸਿਖਰ ਦੇ ਉੱਤੇ ਨੇ ਤੇ 384 ਵਿਅਕਤੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ। ਇਹਨਾਂ ਵਿੱਚੋਂ 6 ਦੀ ਹਾਲਤ ਗੰਭੀਰ ਬਣੀ ਹੋਈ ਹੈ। ਫੌਜ ਨੇ 8 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਨੇ। ਬਰਫ਼ ਹੇਠਾਂ ਫਸੇ ਬਾਕੀ ਵਿਅਕਤੀਆਂ ਦਾ ਪਤਾ ਲਾਉਣ ਦੇ ਲਈ ਬਚਾਅ ਮੁਹਿੰਮ ਜਾਰੀ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪੂਰੇ ਸੂਬੇ ਦੇ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਗਏ ਨੇ। ਅਕਾਲੀ ਆਗੂਆਂ ਦਾ ਕਹਿਣਾ ਸੀ ਕਿ ਪਹਿਲਾਂ ਤਾਂ ਦੂਜੇ ਸੂਬਿਆਂ ਨਾਲੋਂ 10 ਦਿਨ ਬਾਅਦ ਖਰੀਦ ਸ਼ੁਰੂ ਕੀਤੀ ਗਈ ਤੇ ਹੁਣ ਬਾਰਦਾਨਾ ਨਾ ਹੋਣ ਕਰਕੇ ਕਣਕ ਦੀ ਖਰੀਦ ਨਹੀਂ ਹੋ ਰਹੀ ਤੇ ਕਿਸਾਨ ਪਰੇਸ਼ਾਨ ਨੇ। ਇਸ ਨੂੰ ਲੈ ਕੇ ਸੂਬੇ ਭਰ ਦੇ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਗਏ ਨੇ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਤੇ ਹੋਰ ਆਗੂਆਂ ਨੇ ਪੰਜਾਬ ਦੇ ਰਾਜਪਾਲ ਤੋਂ ਮੰਗ ਕੀਤੀ ਕਿ ਉਹ ਸੂਬਾ ਸਰਕਾਰ ਨੂੰ ਕਣਕ ਲਈ ਲੋੜੀਂਦੇ ਬਾਰਦਾਨੇ ਦਾ ਪ੍ਰਬੰਧ ਕਰਨ ਦੇ ਲਈ ਹਦਾਇਤਾਂ ਜਾਰੀ ਕਰਨ। ਅਕਾਲੀ ਆਗੂਆਂ ਨੇ ਇਹ ਵੀ ਮੰਗ ਕੀਤੀ ਹੈ ਕਿ ਕਣਕ ਦੀ ਖਰੀਦ ਦੇ 24 ਘੰਟਿਆਂ ਦੇ ਵਿੱਚ ਕਿਸਾਨਾਂ ਨੂੰ ਫਸਲ ਦੀ ਅਦਾਇਗੀ ਹਰ ਹਾਲਤ ਦੇ ਵਿੱਚ ਕੀਤੀ ਜਾਵੇ। ਮੰਗ ਪੱਤਰ ਦੇਣ ਵਾਲੇ ਵਫਦ ਦੇ ਵਿੱਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਵਿਧਾਇਕ ਪਵਨ ਕੁਮਾਰ ਟੀਨੂ ਤੇ ਹੋਰ ਆਗੂ ਹਾਜ਼ਰ ਸਨ। ਦੇਖੋ, ਕਿਸਾਨਾਂ ਦੇ ਹੱਕ ਤਾਂ ਸਾਰਾ ਪੰਜਾਬ ਹੀ ਆ, ਅਸੀਂ ਵੀ ਆਪ ਕਿਸਾਨ ਆ, ਤੇ ਜਦੋਂ ਅਸੀਂ ਮੰਡੀਆਂ ਜਾਂਦੇ ਆ, ਆਪਣੇ ਜ਼ਿਲ੍ਹੇ ਦੀਆਂ ਮੰਡੀਆਂ 'ਚ ਦੇਖਦੇ ਆ ਕਿ ਇੰਨੀ ਦੁਰਦਸ਼ਾ ਆ ਉੱਥੇ ਕਿਸਾਨਾਂ ਦੀ। ਕਣਕ ਗਿੱਲੀ ਹੋ ਗਈ, ਕਣਕ 'ਚ ਮੋਇਸਚਰ ਆ ਗਿਆ, ਕਣਕ ਦੇ ਦਾਣੇ ਫੁੱਲ ਗਏ ਤੇ ਬਾਰਦਾਨਾ ਹੈ ਨਹੀਂਗਾ। 4-4 5-5 ਦਿਨ ਦੇ ਆਪਣੇ ਢੇਰੀਆਂ ਲੱਗੀਆਂ ਆ ਉੱਥੇ ਆਪਣੇ ਪੰਜਾਬ ਦੀਆਂ ਮੰਡੀਆਂ 'ਚ, ਤੇ ਭਰ ਨਹੀਂ ਹੋਈ ਕਣਕ। ਫਿਰ ਸਾਨੂੰ ਬੜਾ ਇਸ ਗੱਲ ਦਾ ਰੋਸ ਆਉਂਦਾ, ਹਿਰਖ ਆਉਂਦਾ ਸਾਡੇ ਮਨ 'ਚ ਕਿ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਫੇਲ ਹੋ ਗਈ, ਭੱਜ ਗਈ। ਪੰਜਾਬ ਸਰਕਾਰ ਨੇ ਕੋਈ ਆਪਣੇ ਪ੍ਰਬੰਧ ਨਹੀਂ ਕੀਤਾ ਮੰਡੀਆਂ 'ਚੋਂ ਕਣਕ ਚੱਕਣ ਦਾ, ਫਸਲ ਚੱਕਣ ਦਾ, ਤੇ ਨਾਲ ਜਿੱਥੇ ਬਾਰਦਾਨਾ ਨਹੀਂ ਆਇਆ ਉੱਥੇ ਪੇਮੈਂਟ ਵੀ ਨਹੀਂ ਆ ਰਹੀ। ਕਿਸਾਨਾਂ ਦੀ ਪੇਮੈਂਟ ਵਿੱਚ ਵੀ ਬਹੁਤ ਦੇਰੀ ਹੋ ਰਹੀ ਹੈ ਕਰਕੇ ਜਿਹੜੀ DBT ਸਕੀਮ ਕਿ ਆਪਣੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਮੰਨ ਲਈ ਕੇਂਦਰ ਸਰਕਾਰ ਦੀ, ਡਾਇਰੈਕਟ ਬੈਨੀਫਿਟ ਟ੍ਰਾਂਸਫਰ, ਜਿਹੜੇ ਸਿੱਧੇ ਖਾਤਿਆਂ 'ਚ ਪੈਸੇ ਜਾਣੇ ਆ ਕਿਸਾਨਾਂ ਦੇ, ਉਹ ਵੀ ਕਿਸਾਨਾਂ ਦੇ ਖਾਤੇ ਹਜੇ ਤੱਕ ਅਪਲੋਡ ਨਹੀਂ ਹੋ ਰਹੇ, ਪੋਰਟਲ ਵਿੱਚ ਰਜਿਸਟਰ ਨਹੀਂ ਹੋ ਰਹੇ, ਤੇ ਕਈ ਮੰਡੀਆਂ 'ਚ 1 ਰੁਪਈਆ ਵੀ ਨਹੀਂ ਆਇਆ ਕਿਸਾਨਾਂ ਦੇ ਖਾਤਿਆਂ 'ਚ। ਤੇ ਬਾਕੀ ਤਾਂ ਜਿਹੜਾ ਹੈਗਾ ਹੁਣ ਬਾਰਦਾਨਾ ਕਦੋਂ ਮਿਲੂਗਾ, ਜਿਹੜਾ ਪਲਾਸਟਿਕ ਦਾ ਬਾਰਦਾਨਾ ਲਿਆਉਣਗੇ ਉਹ ਵੀ ਮਹਿੰਗਾ ਆਪਣੇ ਖਰੀਦ ਰਹੇ ਨੇ, ਲਿਫਟਿੰਗ ਨਹੀਂ ਹੋ ਰਹੀ, ਸਾਰਾ ਕੁਝ ਟੋਟਲੀ ਕਲੈਪਸ ਕਰ ਗਿਆ ਸਿਸਟਮ ਮੰਡੀਆਂ ਦਾ। ਇਸ ਕਰਕੇ ਅਸੀਂ ਅੱਜ DC ਸਾਹਿਬ ਨੂੰ ਅਕਾਲੀ ਦਲ ਵੱਲੋਂ ਸਾਰੇ ਸੂਬੇ ਪੱਧਰ ਤੇ ਮੰਗ ਪੱਤਰ ਦੇਣ ਆਏ ਆ ਪੰਜਾਬ ਦੇ ਗਵਰਨਰ ਸਾਹਿਬ ਵਾਸਤੇ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਸਰਕਾਰ ਹਰਕਤ ਵਿੱਚ ਆ ਕੇ ਆਪਣੀ ਜਿਹੜੀ ਜ਼ਿੰਮੇਵਾਰੀ ਨਿਭਾਵੇ, ਆਪਣੇ ਬਾਰਦਾਨਾ ਮੁਹੱਈਆ ਕਰਾਵੇ ਤੇ ਆਪਣੇ ਕਣਕ ਚੱਕੀ ਜਾਵੇ, ਲਿਫਟਿੰਗ ਹੋਵੇ ਤੇ ਕਿਸਾਨਾਂ ਦੀ ਪੇਮੈਂਟ ਸਮੇਂ ਸਿਰ ਕਿਸਾਨਾਂ ਨੂੰ ਮਿਲ ਸਕੇ। ਮੌਸਮ ਕਰਕੇ ਕੁਦਰਤੀ ਆਫਤ ਆਉਂਦੀ ਆ, ਇਹਦੇ ਕੇ ਕੋਈ ਜ਼ੋਰ ਨਹੀਂ ਆਪਣਾ, ਤੇ ਉਹਦੇ ਕਰਕੇ ਪ੍ਰਬੰਧ ਇਹਨਾਂ ਨੂੰ ਹੋਰ ਵਧੀਆ ਕਰਨੇ ਚਾਹੀਦੇ ਸੀ ਤਾਂ ਕਿ ਕਿਸਾਨਾਂ ਦੀ ਫਸਲ ਰੁਲਦੀ ਨਾ। ਇਸ ਲਈ ਅਸੀਂ ਆਪਣੇ DC ਸਾਹਿਬ ਨੂੰ ਮੰਗ ਪੱਤਰ ਦੇਣ ਆਏ ਹਾਂ। ਕੋਰੋਨਾ ਦਾ ਕਹਿਰ ਦੇਸ਼ ਦੁਨੀਆ ਦੇ ਵਿੱਚ ਛਾਇਆ ਹੋਇਆ। ਸਿਹਤ ਵਿਭਾਗ ਦੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਕੋਰੋਨਾ ਦੇ ਨਵੇਂ ਕੇਸ ਆਉਣ ਤੋਂ ਬਾਅਦ ਦੇਸ਼ ਵਿੱਚ ਕੁੱਲ ਪੀੜਤ ਮਰੀਜ਼ਾਂ ਦੀ ਗਿਣਤੀ 1,66,10,481 ਹੋ ਗਈ ਹੈ। ਪਿਛਲੇ 24 ਘੰਟਿਆਂ ਦੇ ਵਿੱਚ ਕੋਰੋਨਾ ਵਾਇਰਸ ਦੇ 3,46,786 ਨਵੇਂ ਕੇਸ ਸਾਹਮਣੇ ਆਏ ਨੇ, ਜਦਕਿ 2,624 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਹੁਣ ਕੇਂਦਰ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਆਕਸੀਜਨ ਨਾਲ ਸੰਬੰਧਿਤ ਉਪਕਰਨਾਂ ਦੀ ਦਰਾਮਦ ਦੇ ਉੱਤੇ ਮੁੱਢਲੀ ਕਸਟਮ ਡਿਊਟੀ ਤੇ ਸਿਹਤ ਸੈਸ ਤੋਂ ਪੂਰੀ ਛੋਟ ਦੇਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਕੀਤਾ ਗਿਆ। ਦੂਜੇ ਪਾਸੇ ਪ੍ਰਧਾਨ ਮੰਤਰੀ ਨੇ ਪਿੰਡਾਂ ਦੇ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਵਾਉਣ ਦੀ ਵੀ ਅਪੀਲ ਕੀਤੀ ਹੈ।
साथियों, एक साल पहले जब हम पंचायती राज दिवस के लिए मिले थे, तब पूरा देश कोरोना से मुकाबला कर रहा था। तब मैंने आप सभी से आग्रह किया था कि आप कोरोना को गांव में पहुंचने से रोकने में अपनी भूमिका निभाएं। आप सभी ने बड़ी कुशलता से न सिर्फ कोरोना को गांव में पहुंचने से रोका, बल्कि गांव में जागरूकता पहुंचाने भी बहुत बड़ी भूमिका निभाई। जो भी गाइडलाइंस समय समय पर जारी होती है, उनका पूरा पालन गांव में हो, हमें ये सुनिश्चित करना होगा। इस बार तो हमारे पास वैक्सीन का एक सुरक्षा कवच है, इसलिए हमें सारी सावधानियों का पालन भी करना है और ये भी सुनिश्चित करना है कि गांव के हर एक व्यक्ति को वैक्सीन की दोनों डोज भी लगें। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਾਈਆਂ ਗਈਆਂ ਸਖਤ ਪਾਬੰਦੀਆਂ ਦੇ ਬਾਵਜੂਦ ਕਾਂਗਰਸੀ ਲੀਡਰ ਕੋਰੋਨਾ ਨਿਯਮਾਂ ਦੀਆਂ ਰੱਜ ਕੇ ਧੱਜੀਆਂ ਉਡਾ ਰਹੇ ਨੇ। ਬਠਿੰਡੇ ਦੇ ਇੱਕ ਪੈਲਸ ਵਿੱਚ ਬੀਤੀ ਰਾਤ ਕਾਂਗਰਸੀ ਨੇਤਾਵਾਂ ਵੱਲੋਂ ਨਾਈਟ ਪਾਰਟੀ ਕੀਤੀ ਗਈ, ਜਿਸ ਵਿੱਚ 300 ਦੇ ਕਰੀਬ ਨੁਮਾਇੰਦਿਆਂ ਤੇ ਵਰਕਰਾਂ ਦੀ ਭੀੜ ਜਮ੍ਹਾਂ ਹੋਣ ਦੀ ਗੱਲ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਤਕਰੀਬਨ 4 ਘੰਟੇ ਨਾਈਟ ਕਰਫਿਊ ਦੌਰਾਨ ਕਾਂਗਰਸੀ ਨੇਤਾਵਾਂ ਦੀ ਪਾਰਟੀ ਲੁਕੇ ਛਿਪੇ ਚੱਲਦੀ ਰਹੀ, ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਧਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਵਾਲ ਚੁੱਕਦੇ ਹੋਏ ਬਠਿੰਡਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਕਾਂਗਰਸੀ ਨੇਤਾ ਉਸ ਪਾਰਟੀ ਦੇ ਵਿੱਚ ਮੌਜੂਦ ਸਨ, ਉਹਨਾਂ ਖਿਲਾਫ ਨਾਈਟ ਕਰਫਿਊ ਦੀ ਉਲੰਘਣਾ ਦੀ ਧਾਰਾ ਦੇ ਤਹਿਤ ਪਰਚਾ ਦਰਜ ਹੋਣਾ ਚਾਹੀਦਾ। ਵੇਖੋ, ਸਰਕਾਰ ਆ ਜਿਹੜੀ ਇਸ ਵੇਲੇ ਸੂਬੇ ਦੇ ਵਿੱਚ ਚੱਲ ਰਹੀ ਹੈ, ਇਹਦਾ ਕਿਸੇ ਪਾਸੇ ਵੀ ਕੋਈ ਧਿਆਨ ਨਹੀਂ, ਕੱਲਾ ਕਰੋਨੇ ਵਾਲੇ ਪਾਸੇ ਨਹੀਂ, ਕਿਸੇ ਪਾਸੇ ਵੀ ਤੁਸੀਂ ਨਿਗਾਹ ਮਾਰ ਲਓ, ਹਰ ਵਰਗ ਦੁਖੀ ਹੈ। ਜਿਹੜੀ ਸਰਕਾਰ ਮੰਡੀਆਂ ਦੇ ਵਿੱਚ ਬਾਰਦਾਨੇ ਦਾ ਇੰਤਜ਼ਾਮ ਨਹੀਂ ਕਰ ਸਕਦੀ, ਜਿਹੜੀ ਬਹੁਤ ਛੋਟੀ ਗੱਲ ਹੈ, ਤੇ ਉਹ ਲੋਕਾਂ ਦੀ ਸਿਹਤ ਦਾ, ਸਿੱਖਿਆ ਦਾ, ਹੋਰ ਸੰਭਾਲ ਦਾ, ਰੁਜ਼ਗਾਰ ਦਾ ਕੀ ਕਰ ਸਕਦੀ ਹੈ। ਇਸ ਕਰਕੇ ਝੂਠ ਬੋਲਣ ਤੋਂ ਸਿਵਾਏ, ਲੋਕਾਂ ਨੂੰ ਸਬਜ਼ ਬਾਗ ਦਿਖਾਉਣ ਤੋਂ ਸਿਵਾਏ ਇਹ ਸਰਕਾਰ ਕੋਲੇ ਹੋਰ ਕੋਈ ਕੰਮ ਨਹੀਂ, ਔਰ ਕੋਈ ਭਲਾਈ ਦੀ ਆਸ ਕਿਸੇ ਵੀ ਵਰਗ ਨੂੰ ਇਸ ਨਿਕੰਮੀ ਸਰਕਾਰ ਤੋਂ ਨਹੀਂ ਰੱਖਣੀ ਚਾਹੀਦੀ। ਪੰਜਾਬ ਸਰਕਾਰ ਨੇ ਆਰਡਰ ਜਾਰੀ ਕੀਤੇ ਹੈ ਕਿ ਵੀ 10 ਬੰਦਿਆਂ ਤੋਂ ਵੱਧ ਕੋਈ ਇਕੱਠੇ ਨਹੀਂ ਹੋ ਸਕਦੇ। ਇੱਥੇ ਇੱਕ ਥਾਂ ਇਕੱਠੇ ਹੋਏ ਤਾਂ ਉਹਨਾਂ ਤੇ ਮਾਮਲਾ ਦਰਜ ਕੀਤਾ। ਆਪ ਪਾਰਟੀ ਕੀਤੀ ਹੈ ਬਹੁਤ ਵੱਡੀ, ਤੇ ਉਸ ਤੇ ਕੋਈ ਪੁਲਿਸ ਅਧਿਕਾਰੀ ਵੀ ਕੋਈ ਨਹੀਂ ਪਹੁੰਚਿਆ ਜੀ। ਬਿਲਕੁਲ ਜੀ, ਇਹੋ ਹੀ ਤਾਂ ਗਲਤ ਗੱਲਾਂ ਨੇ। ਜਿਨ੍ਹਾਂ ਨੇ ਇਹ ਚੀਜ਼ ਦੇਖਣੀ ਹੁੰਦੀ ਹੈ ਕਿ ਆਪਾਂ ਕੋਈ ਆਰਡਰ ਦਿੱਤੇ ਨੇ, ਉਹਨਾਂ ਦੀ ਇੰਪਲੀਮੈਂਟੇਸ਼ਨ ਕਰਨੀ ਹੁੰਦੀ ਹੈ। ਜੇ ਆਪਾਂ ਆਪ ਹੀ ਉਹਨਾਂ ਦੀ ਉਲੰਘਣਾ ਕਰਦੇ ਹਾਂ, ਫਿਰ ਇਦੋਂ ਮਾੜੀ ਕੋਈ ਗੱਲ ਨਹੀਂ, ਕਿਉਂਕਿ ਕਾਨੂੰਨ ਨੂੰ ਇਹ ਨਹੀਂ ਹੈ ਕਿ ਆਪਣੇ ਵਾਸਤੇ ਹੋਰ ਤੇ ਦੂਸਰਿਆਂ ਵਾਸਤੇ ਹੋਰ। ਜਿਹੜੀ ਕੱਲ੍ਹ ਇਹ ਕੀਤੀ ਹੈ, ਅਸੀਂ ਉਹਦੀ ਨਿੰਦਾ ਵੀ ਕਰਦੇ ਹਾਂ, ਔਰ ਅਸੀਂ ਇਹ ਮੰਗ ਵੀ ਕਰਦੇ ਹਾਂ ਕਿ ਉੱਥੇ ਵੀ ਜਿਹੜਾ ਕਾਨੂੰਨ ਉਸੇ ਤਰ੍ਹਾਂ ਲਾਗੂ ਹੋਣਾ ਚਾਹੀਦਾ, ਔਰ ਉਹਨਾਂ ਤੇ ਵੀ ਕਾਰਵਾਈ ਕਰਨੀ ਚਾਹੀਦੀ ਹੈ। ਜੇ ਤੁਸੀਂ ਸਹੀ ਮਾਇਨਿਆਂ ਦੇ ਵਿੱਚ ਇਹ ਚੀਜ਼ ਚਾਹੁੰਦੇ ਆ ਕਿ ਲਾਗੂ ਹੋਵੇ, ਅਦਰਵਾਈਜ਼ ਤਾਂ ਫਿਰ ਇਹ ਪੱਖਪਾਤ ਵਾਲੀ ਗੱਲ ਹੈ। ਪਰ ਇਸ ਸਮੇਂ ਜਿਹੜਾ ਨਿਰਾ ਜਿਹੜਾ ਹੈਗਾ ਪੱਖਪਾਤ ਹੀ ਚੱਲ ਰਿਹਾ, ਕਿਸੇ ਦੇ ਨਾਲ ਕੋਈ ਇਨਸਾਫ ਨਹੀਂ, ਨਾ ਕਿਸੇ ਦਫ਼ਤਰਾਂ ਦੇ ਵਿੱਚ ਮਿਲਦਾ, ਨਾ ਕਿਤੇ ਹੋਰ ਕਿਸੇ ਨੂੰ ਮਿਲਦਾ, ਨਾ ਕਿਸੇ ਦੀ ਸੁਣਵਾਈ ਹੁੰਦੀ ਹੈ। ਪੂਰੀ ਤਰ੍ਹਾਂ ਇਸ ਸੂਬੇ ਦੇ ਵਿੱਚ ਅਰਾਜਕਤਾ ਹੈ, ਔਰ ਜਿੱਥੇ ਅਫਸਰਸ਼ਾਹੀ ਆਪਦੀਆਂ ਮਨਮਾਨੀਆਂ ਕਰੀ ਜਾਂਦੀ ਹੈ, ਪੁਲਿਸ ਆਪਦੀਆਂ ਮਨਮਾਨੀਆਂ ਕਰੀ ਜਾਂਦੀ ਹੈ, ਉੱਥੇ ਮੈਂ ਸਮਝਦਾ ਕਿ ਬਹੁਤ ਵੱਡੀ ਪੱਧਰ ਤੇ ਜਿਹੜੀ ਹੈ ਲੁੱਟ ਖੋਹ, ਚੋਰ ਬਜ਼ਾਰੀ, ਰਿਸ਼ਵਤਖੋਰੀ ਹੈ। ਜਿਵੇਂ 8 ਵਜੇ ਲਾਕਡਾਊਨ ਹੋ ਜਾਂਦਾ ਜੀ, ਪਰ 9 ਵਜੇ ਤੱਕ ਐਸਐਸਪੀ ਨੂੰ ਫੋਨ ਕੀਤੇ ਜਾ ਰਹੇ ਸੀਗੇ, ਪਰ ਉੱਥੇ ਕੋਈ ਅਧਿਕਾਰੀ ਨਹੀਂ ਪਹੁੰਚਿਆ ਪੁਲਿਸ ਦਾ ਜੀ। ਹਾਂ, ਬਿਲਕੁਲ ਗਲਤ ਗੱਲ ਹੈ ਜੀ। ਉੱਥੇ ਆਪਦੀ ਡਿਊਟੀ ਇਹਨਾਂ ਨੂੰ ਨਿਭਾਉਣੀ ਚਾਹੀਦੀ ਸੀ। ਜਦੋਂ ਸਰਕਾਰ ਦੇ ਆਰਡਰ ਹੈ, ਫਿਰ ਉਹਨਾਂ ਨੂੰ ਪਹਿਲਾਂ ਤਾਂ ਮਨਜ਼ੂਰੀ ਨਹੀਂ ਦੇਣੀ ਚਾਹੀਦੀ ਸੀ ਵੀ ਨਹੀਂ, ਕਿਸੇ ਨੂੰ ਕੋਈ ਆਗਿਆ ਨਹੀਂ ਦਿੱਤੀ ਜਾ ਸਕਦੀ, ਔਰ ਜੇ ਕਿਸੇ ਨੇ ਕੀਤਾ ਹੈ, ਕਾਨੂੰਨ ਨੂੰ ਆਚ ਲਿਆ, ਫਿਰ ਉਹਦੇ ਤੇ ਕਾਰਵਾਈ ਕਰਨ। ਜੇ ਸਹੀ ਮਾਇਨਿਆਂ ਦੇ ਵਿੱਚ ਇਮਾਨਦਾਰੀ ਨਾਲ ਆਪਣੀ ਡਿਊਟੀ ਕਰਨ ਲਈ ਪਾਬੰਦ ਹੈ, ਤਾਂ ਫਿਰ ਉਹਦੇ ਲਈ ਵਚਨਬੱਧ ਵੀ ਹੋਣ। ਰਾਸ਼ਟਰਪਤੀ ਭਵਨ ਦੇ ਵਿੱਚ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਦਰਅਸਲ ਜਸਟਿਸ S.A. ਬੋਬੜੇ 23 ਅਪ੍ਰੈਲ 2021 ਨੂੰ ਚੀਫ ਜਸਟਿਸ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਨੇ। ਉਹਨਾਂ ਦੀ ਥਾਂ ਦੇ ਉੱਤੇ ਜਸਟਿਸ N.V. ਰਮੰਨਾ ਨੂੰ ਨਿਯੁਕਤ ਕੀਤਾ ਗਿਆ, ਜੋ 26 ਅਗਸਤ 2022 ਨੂੰ ਇਸ ਅਹੁਦੇ ਤੋਂ ਰਿਟਾਇਰ ਹੋਣਗੇ। ਉਹ ਦੇਸ਼ ਦੇ 48ਵੇਂ ਚੀਫ ਜਸਟਿਸ ਬਣ ਗਏ ਨੇ। ਬੇਅਦਬੀ ਦੇ ਮਾਮਲੇ ਤੇ ਬੋਲਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੈਂ ਆਪਣੇ ਮੀਡੀਆ ਵਿੱਚ ਦਿੱਤੇ ਗਏ ਪਹਿਲੇ ਬਿਆਨ ਵਿੱਚ
ਸੁਝਾਅ ਦਿੱਤਾ ਸੀ ਕਿ ਮੌਜੂਦਾ ਸਰਕਾਰ ਨੂੰ ਇੱਕ ਨਵੀਂ SIT ਦਾ ਗਠਨ ਕਰਨਾ ਚਾਹੀਦਾ ਹੈ ਜੋ 1 ਮਹੀਨੇ ਦੇ ਅੰਦਰ ਅੰਦਰ ਜਾਂਚ ਪੂਰੀ ਕਰੇ ਤੇ ਅਦਾਲਤ ਵਿੱਚ ਇਸ ਮੁਕੱਦਮੇ ਸੰਬੰਧੀ ਚਲਾਨ ਦਾਇਰ ਕਰੇ। ਮਾਣਯੋਗ ਹਾਈ ਕੋਰਟ ਨੇ ਵੀ ਇਹੋ ਜਿਹਾ ਨਿਰੀਖਣ ਕਰਦਿਆਂ ਇਹ ਨਿਰਦੇਸ਼ ਦਿੱਤਾ ਹੈ ਕਿ ਇਹਨਾਂ ਕੇਸਾਂ ਦੀ ਜਾਂਚ ਜਿੰਨੀ ਜਲਦੀ ਹੋ ਸਕੇ ਪੂਰੀ ਕੀਤੀ ਜਾਣੀ ਚਾਹੀਦੀ ਹੈ ਤੇ ਤਰਜੀਹੀ ਤੌਰ ਦੇ ਉੱਤੇ SIT ਦੇ ਗਠਨ ਦੀ ਮਿਤੀ ਤੋਂ 6 ਮਹੀਨਿਆਂ ਦੇ ਅੰਦਰ ਅੰਦਰ ਇਹ ਮੁਕੰਮਲ ਹੋਣੀ ਚਾਹੀਦੀ ਹੈ। ਫੈਸਲੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਕਿ ਇਹਨਾਂ ਕੇਸਾਂ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਜ਼ਰੂਰਤ ਹੈ ਜੋ ਨਿਰੰਤਰ ਇਨਸਾਫ ਦੀ ਉਡੀਕ ਕਰ ਰਹੇ ਨੇ। ਮੈਂ ਵੀ ਇਹੀ ਰਾਏ ਜ਼ਾਹਰ ਕੀਤੀ ਹੈ ਕਿ ਸਾਡੀ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਇਹਨਾਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਸਾਡੇ ਚੋਣ ਵਾਅਦੇ ਦੇ ਆਧਾਰ ਦੇ ਉੱਤੇ ਸੱਤਾ ਲਈ ਵੋਟ ਦਿੱਤੀ ਸੀ, ਇਸ ਲਈ ਉਹਨਾਂ ਨੂੰ ਸਰਕਾਰ ਦੁਆਰਾ ਇਨਸਾਫ ਲਈ ਇੰਤਜ਼ਾਰ ਨਹੀਂ ਕਰਵਾਉਣਾ ਚਾਹੀਦਾ। ਇਹ ਸੀ ਅਜੀਤ ਖਬਰਾਂ ਦਾ ਵਿਸ਼ੇਸ਼ ਬੁਲੇਟਿਨ। ਤਾਜ਼ਾ ਤਰੀਨ ਤੇ ਨਵੀਆਂ ਨਕੋਰ ਖਬਰਾਂ ਲੈ ਕੇ ਦੋਸਤੋ ਅਸੀਂ ਕੱਲ੍ਹ ਨੂੰ ਇਸੇ ਵਕਤ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ Apple TV ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।